ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ ਸ੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਸ੍ਰੀ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ। ਜਿਸ ਕਰਨਾ ਤੇ ਵਡਿਆਗੀ ਪਾਵਹਿ ਗਤ ਵਿਸਰਾਮ। ਗਿਆਨ ਧਿਆਨ ਨਿਸ਼ਕਰਮ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਦੀਨ ਬੰਧੂ ਸਰਬ ਵਿਆਪੀ ਨਿਰੰਕਾਰ ਅਕਾਲ ਪੁਰਖ ਧੰਨ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਸੇ ਗੁਰੂ ਸਮੂਹ ਭਗਤਾਂ ਸਮੂਹ ਗ੍ਰੰਥਾਂ ਸ਼ਰਤੀਆਂ ਸਮੇਤ ਹਾਜ਼ਰ ਹਜ਼ੂਰ ਸ਼ਾਂਤੀ ਦੇ ਪੁੰਜ ਜੁਗੋ ਜੁਗ ਟਲ ਆਦਿ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਸਦਰੀ ਕਰੋ। ਗੁਰੂ ਚਰਨਾਂ 'ਚ ਹਾਜ਼ਰੀ ਲਗਾਓ ਤੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਤਾ ਯੋਗ ਹੋ ਵਡਿਆਈ ਦੇ ਪਾਤਰ ਹੋ ਮਨੁੱਖ ਜਾਤੀ ਸਰੀਰ ਦਾ ਲਾਹਾ ਲੈ ਰਹੇ ਹੋ ਸਵਾਸ ਤੇ ਘੜੀਆਂ ਸਫਲੀਆਂ ਬਣਾ ਰਹੇ ਹੋ। ਧੰਨ ਸੁਵੇਲਾ ਘੜੀ ਧੰਨ ਧੰਨ ਮੂਰਤ ਪਲਸਾਰ ਧੰਨ ਸੋ ਦਿਨ ਸੋ ਸੰਜੋਗੜਾ ਰਿਠਾ ਗੁਰਦਰਸਾਰ। ਗੁਰੂ ਕੀਆਂ ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਹਿਣ ਦੀਆਂ ਪੰਕਤੀਆਂ ਨੂੰ ਸਫਲੀਆਂ ਬਣਾ ਰਹੇ ਹੋ ਅਤੇ ਬਲਿਹਾਰੀ ਤਿਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ ਪੁਰਬ ਭਾਵੇਂ ਖੁਸ਼ੀ ਦਾ ਦਿਹਾੜਾ ਹੁੰਦਾ ਹੈ ਜਾਂ ਪੂਰਬਲਾ ਦਿਨ ਹੁੰਦਾ ਹੈ। ਸ਼ਹੀਦੀ ਪੁਰਬ ਆਦਿਕ ਮਹਾਰਾਜ ਸਾਹਿਬ ਦਾ ਖੁਸ਼ੀਆਂ ਦਾ ਦਿਹਾੜਾ ਨਹੀਂ ਪਰ ਗਮੀ ਵੀ ਕਦੇ ਨਹੀਂ। ਸਦੀਵ ਗੁਰੂ ਕੇ ਸੁਖਾਣਾ ਮੰਨਦੇ ਨਹੀਂ। ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਦੇ ਜੋਤੀ ਜੋੜ ਸੁਣਾਉਣਾ ਤੇ ਸੱਚਖੰਡ ਨੂੰ ਜਾਣਾ ਜੋ ਇੱਕ ਕਾਲ ਪੁਰਖ ਨਿਰੰਕਾਰ ਹੀ ਹੈ। ਸਰ ਜੁਗ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਪੀਰ ਫਕੀਰ ਅਵਤਾਰ ਪਕੰਬਰ ਔਰ ਕੇ ਜਿੰਨੇ ਵੀ ਜਿੰਨੀਆਂ ਮੱਤਾਂ 'ਤੇ ਆਏ ਨੇ ਉਹਨਾਂ ਨੂੰ ਸ਼ਕਤੀ ਦੇਣ ਵਾਲਾ ਉਹਨਾਂ ਨੂੰ ਭੇਜਣ ਵਾਲਾ ਅਗੰਮੀ ਸ਼ਕਤੀ ਅਕਾਲ ਨਿਰੰਕਾਰ ਆਪ ਹੈ। ਕੱਲੇ ਆਹੇ ਨਾਨਕਾ ਸਦੇ ਉੱਠੀ ਜਾਹੇ ਤੇ ਰੋਂ ਡਿਊਟੀ ਲੱਗੀ ਹੁੰਦੀ ਹੈ। ਇਸ ਪ੍ਰਕਾਰ ਉਹ ਡਿਊਟੀ ਵਜਾ ਕੇ ਪਰਮੇਸ਼ਰ ਭੇਜਦਾ ਤੇ ਆ ਜਾਂਦੇ ਸੱਦਦਾ ਤੇ ਚਲੇ ਜਾਂਦੇ ਹੈ। ਜੋਤੀ ਜੋੜ ਸਮਾਉਣ ਦਾ ਦਿਹਾੜਾ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸਿੱਖੀ ਮਾਤਾ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ। ਆ ਜਰਨ ਦੀ ਸਾਨੂੰ ਜਾਤ ਮਹਾਰਾਜ ਸਾਹਿਬ ਨੇ ਦੱਸੀ ਹੈ। ਕੁਰਬਾਨੀਆਂ ਦੀ ਯਾਦ ਦੱਸੀ ਹੈ ਪਰਉਪਕਾਰੀ ਦੀ ਯਾਦ ਦੱਸੀ ਹੈ। ਉਸ ਗੁਰੂ ਨੂੰ ਸਮਰਪਿਤ ਕੱਲ ਦਾ ਦੀਵਾਨ ਪਿੱਛੇ ਜੋ ਸ਼ਹੀਦੀਆਂ ਹੋਈਆਂ ਜੋ ਦੁਸ਼ਟਾਂ ਨੂੰ ਸੋਧ ਦੇ ਰਹੇ ਜਿਹੜੇ ਘੱਲੂਘਾਰੇ ਹੋਏ ਉਹਨਾਂ ਦੇ ਸੰਬੰਧ ਵਿੱਚ ਕੁਝ ਬੇਨਤੀਆਂ ਮਹਾਰਾਜ ਸਾਹਿਬ ਨੇ ਕਰਵਾਈਆਂ ਸਨ। ਕੁਝ ਵਿਚਾਰਾਂ ਹੁਣ ਆਪਾਂ ਮਿਲ ਜੁਲ ਕੇ ਸਾਰਿਆਂ ਨੇ ਕਰਨੀਆਂ। ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੀ ਪੰਜਵੀਂ ਜੋਤ ਹੈ। ਪੰਜਵੇਂ ਥਾਂ 'ਤੇ ਸਰੀਰ ਵਾਰੀ ਵਾਰੀ ਬਦਲੇ ਨੇ ਜੋਤ ਕਾਲ ਨਿਰੰਕਾਰ ਦੀ ਹੈ। ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਹਰ ਅੰਗਦ ਸਾਹਿਬ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਅਤੇ ਗੁਰੂ ਹਰਗੋਬਿੰਦ ਸਾਹਿਬ ਹਰ ਰਾਏ ਸਾਹਿਬ ਮਹਾਰਾਜ ਸਾਹਿਬ ਹਰਿਕ੍ਰਿਸ਼ਨ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਇਹ ਦਸੇ ਸਰੂਪ ਅਕਾਲ ਨਿਰੰਕਾਰ ਦੀ ਜੋਤ ਹਨ ਜਿਹੜੀ ਪੰਜ ਪਿਆਰਿਆਂ ਦੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਰਾਜਮਾਨ ਹੈ। ਜਿੰਨੇ ਅਵਤਾਰ ਪੈਗੰਬਰ ਪਿਛਲੇ ਆਏ ਨੇ ਉਹ ਹਰੀ ਦੀ ਜੋਤ ਉਸ ਨੇ ਅਵਤਾਰ ਸਮੇਂ ਸਮੇਂ ਅਨੁਸਾਰ ਧਾਰੇ ਨੇ ਅਤੇ ਕੌਤਕ ਕੀਤੇ ਨੇ ਕਹਿਣ ਕਥਨ ਤੋਂ ਬਾਹਰ। ਇਹਨਾਂ ਸਾਰਿਆਂ ਦੇ ਹਵਾਲੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ 10ਵੇਂ ਗ੍ਰੰਥ ਵਿੱਚ ਮਿਲਦੇ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਦੀ ਪੰਜਵੇਂ ਥਾਂ 'ਤੇ ਜੋਤ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ
पिता गुरु रामदास है ते माता जन्म देण वाली दुनियावी तौर पर भानी है। धन गुरु अमरदास महाराज साहब जी गुरु अर्जन साहब जी के नाना भी लगते हैं। गुरु रामदास महाराज साहब सोढ़ वंश है। गुरु नानक पातशाह बेदी वंश है। गुरु अंगद साहब जी त्रेण वंश है। गुरु अमरदास जी भले वंश है। इन्हां कोलां दी रंभता तवा लिखिया वालियां ते गुरु गोबिंद सिंह ने 10वें ग्रंथ विच अपनी रसना तो उचार के कलम बंद की है। वो पढ़न के विचार नहीं सानू चाहिए है। जिन्होंने नहीं माफक को ना पढ़न ते ना सुनन ते लिखती पंक्तियां लिखती रहनियां नहीं, मिटनियां नहीं। धन गुरु रामदास महाराज साहब जी पिता हररास है। माता दया कौर की कुख तो चूना मंडी लाहौर आप जी का अवतार होया। सखा कोई होर भैन भाई नहीं ते ना मां प्यो ने जेठा रखे। जेठ नाम वड्डे दा हुंदा है ते छोटी अवस्था जी माता पिता साथ छड्ड गए। नानी नाने कोल रहे ने ते परंत आप जी गोविंदगढ़ साहब आ गए ने। गुरु अमरदास महाराज साहब जी की चरण पौल लैके मूल मंत्र गुरमंत्र धारण करके आप जी ने जपना ते आराधना शुरू किया है। ते दिने रात शरीर सेवा च ला छड़िया ते मन परमेश्वर के नाम नाल ला छड़िया है। गुरु अमरदास महाराज साहब के घरे बड़े पुत्र मोहन जी होए ने, छोटे मोहरी जी होए ने। दानी ते भानी दो बच्चियां हुई ने। दूजिया दी शादियां विवाह होए ने। छोटी बच्ची बीबी भानी जदों जवान हुई है तो माता जी ने कि राम कौर जी ने रामो ने चिंता फिक्र ਜ਼ਾਹਰ की पति के चरणों ते बच्ची जवान हुई है। किसी वर्दी टोल ता भाल करनी चाहिए है। समय का रिवाज सी, कदे ब्राह्मणों नूं भेजिया करदे, कदे नाई बरादरी भेजिया करदे सन, आप नहीं सी जाते। हौली हौली फर्क पैंदा पैंदा होर जमाना हुण होर हो चुका है। ब्राह्मण नूं सद्दिया है कोई वार टोलण रंभण वास्ते ते जेठा की टोकरी ढो रहे ने। मिट्टी नाल शरीर लिबड़िया होया पर आत्मा पवित्र है। सोने तो वध हीरे तो वध चमकण वाली गुरु जानी जान ने उस ब्राह्मण ने उंगली की है कि ऐस बालक वर्गा बालू होवे। हजूर हस के कहते रब ने तो किसी वर्गा किसी को नहीं बनाया, पर ये वर्गा तो कोई भी नहीं, यही ठीक है। उस वेले कोल सद के सब कुछ पुछ पड़ताल करके पहले भी जानते सन कि बच्ची का रिश्ता कर दिता। कोई जायदाद, कोई पढ़ाई, कोई कारोबार कुछ नहीं वेखिया। इस प्रकार सब सच्चे पातशाह सौरा कह लो, पिता कह लो, धन गुरु अमरदास के चरणों की जिंदगी बतीत की है। सो पहले वर लए बीबी भानी ने, फिर वर लए गुरु रामदास जी ने, फिर वर लए गुरु अर्जन साहब महाराज साहब जी ने। कादे गुरता गद्दी वाले बड़ी भागा वाली आत्मा बीबी भानी हुई है, जिदा पिता गुरु गुरु अमरदास, जिदा पति गुरु गुरु रामदास, जिसका पुत्र गुरु गुरु अर्जन साहब, जिसका पोतरा गुरु गुरु हरगोबिंद साहब, जिसका पड़ोतरा गुरु धन गुरु तेग बहादुर पातशाह ते गुरु गोबिंद सिंह। उस बीबी भानी के घर में ही इन्हां 6 गुरुआं का संबंध नाल जुड़िया है। माता गुजरी जी भी भागां वाले सन, पर 5 गुरुआं दे नाल संबंध जुड़ता है। सतयुग तो लैके हुण तक इहो जिहियां मतावां कोई भी नहीं हुईयां, इन्ना मान किसी ने भी नहीं मिलिया। भावें माता आमना जिसने मुहम्मद साहब को जन्म दिता है, भावें माता मरियम जिसने यसू मसीह को जन्म दिता है, भावें माता कुशल्या है। सो जो गुरु त्रेते युग के अवतार भगवान रामचंद्र को जन्म दिता है, तो लहू के कशु जितों कला अगे रंभ हुई ने। भावें धन धन तू माता देवकी जेह गृह रमैया कबला पति। गुरु ग्रंथ साहब की बाणी दी पंक्तियां जन्म देने वाली माता देवकी ते पालना करने वाली माता जसोदा, 2 मामा कृष्ण भगवान जी दियां 2 पिता, जन्म देने वाला वासुदेव ते पालन वाला नंद है। तुम जो कहे तो नंद को नंदन, नंद सो नंद कहाँ थो सो रे।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹਨਾਂ ਦੇ ਨਾਮ ਆਉਂਦੇ ਨੇ ਤੇ ਗੋਬਿੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਹੈ, ਜਿਹਨੂੰ ਭੱਟ ਕਹਿੰਦੇ ਨੇ। ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਣਾਇਓ। ਜਲਣ ਭੱਟ ਦਾ ਨਾਮ ਹੈ ਤੇ ਤੀਰ ਕਿਨਾਰਾ ਬਿਆਸ ਦਾ। ਗੋਬਿੰਦਵਾਲ ਪੁਰੀ ਗੋਬਿੰਦ ਪਰਮੇਸ਼ਰ ਦੀ ਪੁਰੀ ਦੇ ਸਥਾਨ ਮਹਾਰਾਜ ਸਾਹਿਬ ਨੇ ਭਾਗ ਲਾਏ। ਬੜੇ ਸਰੂਪਾਂ ਦੇ ਚਰਨ ਇਸ ਥਾਂ 'ਤੇ ਪਏ ਨੇ। ਇਸ ਪ੍ਰਕਾਰ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ। ਇਹ ਵੀ ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਲਿਖਿਆ ਹੈ। ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ ਵੀ ਲਿਖਿਆ ਹੈ। ਇਸੇ ਪ੍ਰਕਾਰ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੇ ਗਊਆ ਹੰਸ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਹੈ। ਇਹੋ ਜਿਹੇ ਸ਼ਹਿਰ ਵੀ ਭਾਗਾਂ ਵਾਲੇ ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ 'ਚ ਆ ਗਿਆ ਹੈ। ਇਹੋ ਜਿਹਾ ਮਾਤਾਵਾਂ ਅਤੇ ਇਹੋ ਜਿਹੇ ਪਿਤਾ ਧਨ ਜਨਨੀ ਜਨ ਜਾਇਆ, ਧਨ ਪਿਤਾ ਪ੍ਰਧਾਨ ਸਤਿਗੁਰ ਸੇਵ ਸੁਖ ਪਾਇਆ, ਵਿੱਚ ਹੋ ਗਿਆ ਗੁਮਾਨ। ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਆਪਣੇ ਛੋਟੀ ਬੱਚੀ ਦਾ ਵਿਵਾਹ ਕੀਤਾ ਬੀਬੀ ਭਾਨੀ ਜੀ ਦਾ 1612 ਵਿਕਰਮੀ ਨੂੰ, ਅਤੇ 1615 'ਚ ਜਨਮ ਹੋਇਆ ਪਿਰਥੀ ਚੰਦ ਦਾ। ਭਾਵੇਂ ਉਹ ਗੁਰੂ ਦਾ ਹੀ ਪੁੱਤਰ ਹੈ, ਪਰ ਖੋਟੀ ਸੰਗਤ ਮੀਣਿਆਂ ਦੁੱਖ ਦੇਂਦੀ ਨਿਤ ਨਿਤਾ। ਦਰਗਹ ਮੀਣਾ ਮਾਰੀਏ ਕਰ ਕੂੜ ਕੋ ਪਤਾ ਮੂੰਹ ਕਾਲੀ ਮੀਣਾ ਆਦਿ ਲਿਖਿਆ ਹੋਇਆ ਹੈ। ਪਿਰਥੀ ਚੰਦ ਛੋਟੇ ਭਰਾ ਗੁਰੂ ਅਰਜਨ ਸਾਹਿਬ ਜੀ ਦਾ ਵੈਰ ਕਰਦਾ ਰਿਹਾ, ਜਾਨੋਂ ਮਾਰਨ ਦੇ ਬੜੇ ਯਤਨ ਕੀਤੇ। ਆਪਣੇ ਭਤੀਜੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਦੇ ਬੜੇ ਯਤਨ ਕੀਤੇ, ਅਤੇ ਮਾਰਦਾ ਮਾਰਦਾ ਆਪ ਮਰ ਗਿਆ। ਅਤੇ ਕਲੰਕ ਲੱਗਾ ਹੋਇਆ, ਜਿਵੇਂ ਚੰਦਰਮਾ ਨੂੰ ਲੱਗਾ ਉਹ ਲੈਣਾ ਹੀ ਨਹੀਂ, ਸਦਾ ਹੀ ਲੱਗਾ ਰਹਿਣਾ ਹੈ। ਇਸ ਪ੍ਰਕਾਰ ਦੀ ਹਾਲਾਤ ਹੋਈ। ਪੁੱਤਰ ਭਾਵੇਂ ਗੁਰੂ ਕਾ ਹੀ ਸੀ, ਪਰ ਛੱਡ ਦਿੱਤਾ ਹੋਇਆ, ਤਿਆਗ ਦਿੱਤਾ ਹੋਇਆ। ਪਿਰਥੀ ਚੰਦ ਤੋਂ ਵੱਡਾ ਅਤੇ ਗੁਰੂ ਅਰਜਨ ਸਾਹਿਬ ਤੋਂ ਛੋਟਾ, ਉਹਦਾ ਨਾਮ ਹੈ ਮਹਾਦੇਵ। ਇਹ 1618 ਵਿੱਚ ਆਪ ਜੀ ਦਾ ਜਨਮ ਹੋਇਆ, ਪਰ ਬਹੁਤਾ ਸਮਾਂ ਵੱਡੇ ਭਰਾ ਪਿਰਥੀ ਚੰਦ ਦਾ ਪੱਖੀ ਰਿਹਾ ਹੈ। ਆਖਰੀ ਸਮਾਂ ਫਿਰ ਛੋਟੇ ਵੀਰ ਪਿਰਥੀ ਚੰਦ ਤਾਂ ਹੈਜਾ ਹੋ ਕੇ ਮਰ ਗਿਆ ਸੀ, ਸਾਗ ਚੌਲ ਖਾ ਕੇ। ਇਸ ਪ੍ਰਕਾਰ ਫਿਰ ਗੁਰੂ ਅਰਜਨ ਸਾਹਿਬ ਛੋਟੇ ਭਰਾ ਦੀ ਚਰਨੀ ਲੱਗ ਕੇ ਬੇਨਤੀ ਕੀਤੀ, ਹੱਥ ਜੋੜ ਕੇ, ਏਕ ਪਿਤਾ ਏਕ ਸਕੇ ਹਮ ਬਾਰਗ ਤੂੰ ਮੇਰਾ ਗੁਰਹਾਈ। ਸੁਣਵੀ ਕਾ ਧੂਰੀ ਕਉ ਬਲ ਜਾਈ ਮਨ ਤੇਰਾ ਪਾਈ। ਪਾਮ ਮਲੋਵਾ ਮਲ ਮਲ ਤੋਵਾ ਮਲ ਆਦਿਕ ਪੰਕਤੀਆਂ ਸਾਰੀਆਂ ਉੱਤਰ ਪ੍ਰਸ਼ਨ ਦੇ ਰੂਪ ਵਿੱਚ ਨੇ। ਸੋ ਇਸ ਪ੍ਰਕਾਰ ਜਦੋਂ ਨਿਮਰਤਾ ਸਹਿਤ ਬੇਨਤੀ ਕੀਤੀ, ਹਜ਼ੂਰ ਕਹਿੰਦੇ ਸਾਡੇ ਨਾਨਾ ਗੁਰੂ ਧੰਨ ਗੁਰੂ ਅਮਰਦਾਸ ਜੀ ਨੇ 84 ਕੱਟਣ ਵਾਸਤੇ 84 ਪੌੜੀਆਂ ਵਾਲੀ ਬਾਉਲੀ ਗੋਬਿੰਦਵਾਲ ਸਾਹਿਬ ਬਣਾਈ ਹੈ। 84 ਤੋਂ ਵੱਧ ਘੱਟ ਨਹੀਂ ਪੌੜੀਆਂ ਹੋ ਸਕਦੀਆਂ, ਹੁਣ ਤੱਕ ਇਵੇਂ ਹੀ ਹੈ। ਜਾਓ ਉੱਥੇ ਇਸ਼ਨਾਨ ਕਰੋ, ਜਪਜੀ ਸਾਹਿਬ ਦੇ ਪਾਠ ਕਰੋ, ਪਰ ਚਿੱਤ ਬਿਰਤੀ ਇਕਾਗਰ ਕਰਕੇ ਗੁਰੂ ਕਾ ਧਿਆਨ ਕਰੋ। ਬਾਰ 84 ਕਰੋ ਇਸ਼ਨਾਨ, ਕਿਤਨੇ ਜਪਜੀ ਪਾਠ ਬਖਾਨ, ਸਤਿਗੁਰ ਮੂਰਤ ਧਰੋ ਧਿਆਨ, ਮਿਟੇ 84 ਆਵਨ ਜਾਨ। ਬੜੀਆਂ ਭਾਗਾਂ ਵਾਲੀਆਂ ਆਤਮ ਨੇ 84 ਕੱਟੀਆਂ ਨੇ। ਇੱਕ ਪੌੜੀ 'ਤੇ ਬਹਿ ਕੇ ਇੱਕ ਸੰਸ ਮੇਂ ਇਸ਼ਨਾਨ ਕਰਕੇ ਅਤੇ ਇੱਕ ਜਪਜੀ ਸਾਹਿਬ ਦਾ ਪਾਠ ਚਿੱਤ ਬਿਰਤੀ ਇਕਾਗਰ ਕਰਕੇ, ਅਤੇ ਲੱਖ ਵਾਰੀ ਜੰਮਣਾ ਮਰਨਾ ਮਿਟ ਜਾਊ, ਕੀੜੇ ਮਕੌੜੇ ਮੱਖੀਆਂ ਮੱਛਰ ਬਣਨਾ ਖਤਮ ਹੋ ਜਾਊ। ਦੂਜੀ ਪੌੜੀ 'ਤੇ ਫਿਰ ਬੜਾ ਸਸਤਾ ਸੌਦਾ ਹੈ। ਇਸ ਪ੍ਰਕਾਰ ਬਖਸ਼ਾਂ ਕੀਤੀਆਂ ਸੀ ਮਹਾਰਾਜ ਸਾਹਿਬ ਜੀ ਨੇ। ਛੋਟੀ ਅਵਸਥਾ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਬਾਉਲੀ ਬਣਾਉਣੀ ਹੈ ਅਤੇ ਥੜੇ ਬਣਾਉਣ ਦੀ ਡਿਊਟੀ ਲਾਈ ਹੈ। ਆਪਣੇ ਪੁੱਤਰ ਮੋਹਨ ਜੀ ਦੀ, ਮੋਹਰੀ ਜੀ ਦੀ, ਦੂਸਰੇ ਜਵਾਈ ਰਾਮਾ ਜੀ ਦੀ, ਅਤੇ ਛੋਟੇ ਕਹਾਉਣ ਵਾਲੇ ਗੁਣਾਂ 'ਚ ਵੱਡੇ ਗੁਰੂ ਰਾਮਦਾਸ ਜੇਠਾ ਜੀ ਦੀ। ਗੁਰੂ ਰਾਮਦਾਸ ਨਾਮ ਗੁਰੂ ਅਮਰਦਾਸ ਜੀ ਨੇ ਰੱਖਿਆ। ਇੱਕ ਦਿਨ ਬਣਾਏ, 2 ਦਿਨ ਬਣਾਏ, ਹਜ਼ੂਰ ਨਕਸ਼ਾ ਵਾਹ ਦਿੰਦੇ ਨੇ, ਲੀਕ ਵਾਹ ਦਿੰਦੇ ਨੇ, ਥੜਾ ਇੰਨਾ ਚੌੜਾ ਹੋਵੇ, ਥੜਾ ਇੰਨਾ ਉੱਚਾ ਹੋਵੇ। ਕੱਲ੍ਹ ਨੂੰ ਆ ਕੇ ਦੇਖਾਂਗੇ, ਕਿਸੇ ਨੇ 1 ਦਿਨ ਬਣਾਇਆ, ਕਿਸੇ ਨੇ 2 ਦਿਨ ਬਣਾਇਆ। ਹਜ਼ੂਰ ਕਹਿੰਦੇ ਤੁਸੀਂ ਠੀਕ ਹੀ ਨਹੀਂ ਬਣਾਇਆ। ਨਹੀਂ ਜੀ, ਠੀਕ ਹੀ ਬਣਾਇਆ। ਜਿੰਨਾ ਤੁਸੀਂ ਕਿਹਾ ਓਨਾ ਹੀ ਚੌੜਾ ਅਤੇ ਓਨਾ ਹੀ ਉੱਚਾ। ਕੀ ਨੁਕਸ ਵਾ ਇਹਦੇ 'ਚ ਦੱਸੋ? ਨਹੀਂ ਢਾਹ ਦਿਓ ਫਿਰ ਬਣਾਓ। ਅਤੇ ਕੱਲ੍ਹ ਨੂੰ ਵੀ ਇਹੋ ਜਿਹਾ ਹੀ ਬਣਨਾ। ਭੁੱਲ ਤੇ ਤੁਸੀਂ ਗਏ ਹੋ, ਬਿਰਧ ਹੋ ਗਏ ਹੋ, 100 ਸਾਲ ਤੋਂ ਏਜ ਲੰਘ ਗਈ ਤੁਹਾਡੀ। ਇਸ ਪ੍ਰਕਾਰ ਸਾਥੋਂ ਇਹ ਕੰਮ ਨਹੀਂ ਹੁੰਦਾ ਵੀ ਥੋੜ੍ਹਾ ਕੱਚਾ ਮਿੱਟੀ ਦਾ ਬਣਾਓ ਅਤੇ ਢਾਹ ਦਿਓ। ਇਸੇ ਪ੍ਰਕਾਰ ਹੁਕਮ ਲੱਗਾ ਸੀ ਜੇਠਾ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੂੰ
ਥੜਾ ਬਣਾਇਆ ਹਜ਼ੂਰ ਨੇ ਆ ਕੇ ਵੇਖ ਕੇ ਨਾ ਪਸੰਦ ਕਰਤਾ, ਢਾਹ ਕੇ ਫਿਰ ਬਣਾ, ਫਿਰ ਬਣਾਇਆ, ਫਿਰ ਆਏ ਵੇਖਿਆ, ਢਾਹ ਕੇ ਫਿਰ ਬਣਾ। ਇਹ ਕਾਰ ਇਹ ਕਿਰਤ 7 ਦਿਨ ਚੱਲੀ। 7ਵੇਂ ਦਿਨ ਸਾਰੇ ਕਹਿਣ ਲੱਗੇ ਜੇਠਿਆ ਕਮਲਾ ਹੋ ਗਿਆ ਹੈ, ਗੁਰੂ ਤਾਂ ਬਿਰਧ ਹੋ ਗਿਆ, ਇਹ ਕੋ ਸੇਵਾ, ਇਹ ਕੋ ਕਾਰ। ਮਿੱਟੀ ਗਾਰੇ ਦਾ ਥੜਾ ਬਣਾਓ, ਢਾਹ ਦਿਓ ਫਿਰ ਬਣਾਓ, ਢਾਹ ਦਿਓ ਫਿਰ ਬਣਾਓ। ਹਜ਼ੂਰ ਹੱਸ ਕੇ ਰਮਜ ਨੂੰ ਸਮਝਦੇ ਸਨ। ਕਹਿੰਦੇ ਮੈਂ ਗੁਰੂ ਕਾ ਸਿੱਖ ਹਾਂ, ਸੇਵਕ ਹਾਂ ਤੇ ਦਾਸ ਹਾਂ, ਨੌਕਰ ਹਾਂ, ਟਾਹਲੂਆ ਹਾਂ। ਮੇਰਾ ਕੰਮ ਹੈ ਹੁਕਮ ਮੰਨਣਾ। ਮੈਨੂੰ ਬਣਾਉਣ ਜਾਂ ਢਾਉਣ ਨਾਲ ਵਾਸਤਾ ਨਹੀਂ, ਮੈਨੂੰ ਚੰਗੇ ਜਾਂ ਮਾੜੇ ਨਾਲ ਵਾਸਤਾ ਨਹੀਂ। ਜਿਹੋ ਜਿਹਾ ਗੁਰੂ ਜੀ ਬਣਵਾਉਂਦੇ ਮੈਂ ਬਣਾ ਦਿੰਦਾ, ਢਾਉਂਦੇ ਤਾਂ ਮੈਂ ਢਾਹ ਦਿੰਦਾ। ਇਹ ਮੇਰੇ ਵੱਸ ਦੀ ਗੱਲ ਨਹੀਂ, ਮੈਂ ਤਾਂ ਹੁਕਮ ਮੰਨਣਾ ਹੈ। ਜੋ ਇਸ ਪ੍ਰਕਾਰ 7ਵਾਂ ਦਿਨ ਹੋਇਆ, ਹਜ਼ੂਰ ਨੇ ਚਰਨ ਫੜ ਲਏ ਗੁਰੂ ਪਿਤਾ ਜੀ, ਗੁਰੂ ਅਮਰਦਾਸ ਜੀ। ਮੈਂ ਅਣਜਾਣ ਰੋਜ਼ ਹੀ ਭੁੱਲ ਜਾਂਦਾ, ਰੋਜ਼ ਗਲਤੀਆਂ ਕਰ ਦਿੰਦਾ। ਤੁਹਾਨੂੰ 7 ਦਿਨ ਹੋ ਗਏ ਮੈਨੂੰ ਮਾफ़ ਕਰਦੇ ਹਾਂ, ਹੋਰ ਵੀ ਮਾफ़ ਕਰੀ ਚੱਲੋ, ਮੈਂ ਫਿਰ ਬਣਾ ਦਿੰਦਾ। ਸੋਚਣ 'ਚ, ਸਮਝਣ 'ਚ ਤੇ ਬੋਲਣ 'ਚ ਕਿੰਨਾ ਭਾਰੀ ਫਰਕ ਹੈ। ਜਿਵੇਂ ਸਮਾਨ ਦਾ ਧਿਆਨ ਦੇਵੋ। ਤੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਪ੍ਰਸੰਨ ਹੋ ਗਏ ਤੇ ਫਿਰ ਗੁੱਟਾਂ ਪਕੜ ਕੇ ਛਾਤੀ ਨੂੰ ਲਾ ਕੇ ਕਹਿ ਦਿੱਤਾ, ਤਨ ਤਨ ਤੁਮ ਰਾਮਦਾਸ, ਗੁਰੂ ਨਾਨਕ ਕਾਕੇ ਹਿਰਦੇ ਨਿਵਾਸ। 7 ਬਚਨ ਹਮਰੇ ਤੁਮ ਮਾਨੇ, ਸਬਤ ਗਿਰਿਆਈ ਦੀਨ ਮਹਾਨੇ। 7 ਬਚਨ ਕਹਿ ਕੇ ਕਿੰਤੂ ਪਰੰਤੂ ਨਹੀਂ ਕੀਤਾ, ਘਿਰਨਾ ਨਹੀਂ ਕੀਤੀ, ਪਰਖ ਵਿੱਚ ਪੂਰੇ ਉਤਰੇ ਹੋ। ਹੁਣ 7 ਪੁਸ਼ਟੀਆਂ ਗੁਰਤਾ ਗੱਦੀ ਤੇਰੇ ਘਰ ਵਿੱਚ ਹੀ ਰਹੂਗੀ। ਇਸੇ ਪ੍ਰਕਾਰ ਬੀਬੀ ਭਾਨੀ ਨੇ ਬੜੀ ਸੇਵਾ ਕੀਤੀ ਆਪਣੇ ਪਿਤਾ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ। ਭਾਈ ਕਈ ਕਿੰਤੂ ਪਰੰਤੂ ਕਰਨ ਵਾਲੇ, ਕੀੜੀ ਦੇ ਸੁਭਾਅ ਵਾਲੇ, ਫਰਸ਼ ਵਿੱਚ ਤਰੇੜ ਹੀ ਲੱਭਦੇ ਨੇ। ਇਹ ਬੀਬੀ ਜਵਾਨ ਬੱਚੀ ਪਿਤਾ ਦਾ ਇਸ਼ਨਾਨ ਕਿਵੇਂ ਕਰਵਾ ਸਕਦੀ? ਚੱਲ ਨਹੀਂ ਸਹੀ, ਪਿੱਛੇ ਰਿਵਾਜ ਸੀ ਚੌਂਕੀਆਂ 'ਤੇ ਬੈਠਣਾ, ਵੱਡੀਆਂ ਵੱਡੀਆਂ ਚੌਂਕੀਆਂ ਹੁੰਦੀਆਂ ਸੀ, ਪੀੜੇ ਹੁੰਦੇ ਸਨ, ਮੂਹੜੇ ਹੁੰਦੇ ਸਨ, ਮੰਜੀਆਂ ਹੁੰਦੀਆਂ ਸੀ। ਸਮਾਂ ਬਦਲਦਾ ਗਿਆ। ਇਸ਼ਨਾਨ ਕਰਵਾਇਆ ਜਾਂ ਹਜ਼ੂਰ, ਜਿਸ ਤਰ੍ਹਾਂ ਹੁਣ ਇੱਥੇ ਬੈਠੀ ਹੈ, ਪੀੜਕ ਜਿੱਡਾ ਹੀ ਹੈ, ਚੌਂਕੀ 'ਤੇ ਬੈਠੇ ਨੇ ਹਜ਼ੂਰ। ਨੇਤਰ ਅੱਧੇ ਕਮੀਤੇ ਨੇ, ਬੰਦਗੀ ਨਾਲ ਜੁੜੇ ਨੇ। ਇੱਕ ਪਾਸੇ ਦਾ ਪਾਵਾ ਵੇਖਿਆ ਵੀ ਟੇਢਾ ਹੋ ਗਿਆ, ਤਿੜਕ ਗਿਆ, ਟੁੱਟਣ ਵਾਲਾ ਹੈ। ਤੇ ਗੁਰੂ ਪਿਤਾ ਨੇ ਜਰਾ ਕੁ ਸਰੀਰ ਹਿੱਲਿਆ ਤੇ ਉਹ ਪਾਵਾ ਟੁੱਟ ਜਾਊ, ਥੱਲੇ ਡਿੱਗ ਪੈਣਗੇ ਤੇ ਸਰੀਰ ਕਿਰਿਆ ਵਿੱਚ ਫਰਕ ਆ ਜਾਊ। ਮੈਨੂੰ ਕੋਈ ਵਸਤੂ ਇਹਦੇ ਥੱਲੇ ਦੇ ਦੇਣੀ ਚਾਹੀਦੀ ਹੈ। ਨੇੜੇ ਤੇੜੇ ਕੁਝ ਲੱਭੀ ਨਹੀਂ ਤੇ ਭੱਜ ਕੇ ਆਪਣਾ ਹੱਥ ਹੀ ਥੱਲੇ ਦੇ ਦਿੱਤਾ। ਪਾਵਾ ਵੀ ਟੁੱਟ ਗਿਆ, ਪਰਖ ਸੀ ਨਾ, ਸਮਾਂ ਸੀ। ਸੋ ਬਿਥਵੀਆਂ ਗਈਆਂ ਲੱਕੜਾਂ ਦੀਆਂ ਛਿਲਤਾਂ ਹੱਥਾਂ 'ਚ ਖੁੱਭ ਗਈਆਂ, ਖੂਨ ਵਗਿਆ, ਬਾਂਹ ਨੀਲੀ ਹੋ ਗਈ ਹੈ। ਨਿਗਾਹ ਪਾਈ ਗੁਰੂ ਅਮਰਦਾਸ ਜੀ ਦੀ ਪੁੱਤਰੀ ਦੀ ਕੁਰਬਾਨੀ ਵੱਲ। ਬੇਟੀ ਨੂੰ ਇਤਨਾ ਕਸ਼ਟ ਕਿਉਂ ਸਹਾਰਿਆ? ਹੁਣ ਮੰਗ ਗੁਰੂ ਨਾਨਕ ਦੇ ਘਰ ਜੋ ਕੀ ਚਾਹੁੰਦੀ ਤੈਨੂੰ ਦੇਈਏ। ਪਿਤਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਗੁਰਤਾ ਗੱਦੀ ਅੱਗੇ ਸੇਵਕ ਲਿਜਾਂਦੇ ਰਹੇ ਹੈ। ਆਉਣ ਵਾਲਾ ਸਮਾਂ ਮੇਰੀ ਝੋਲੀ 'ਚ ਪਾ ਦਿਓ। ਭਾਈ ਗੁਰਦੁਆਰਾ ਲਿਖਿਆ, ਹੋਰ ਤਾਂ ਜਰ ਨਾ ਜਰਿਆ ਜਾਏ। ਜਿਹੜੀਆਂ ਕੁਰਬਾਨੀਆਂ ਦੇਣੀਆਂ ਪੈਣੀਆਂ, ਤੂੰ ਖੂਨ ਡੋਲ ਕੇ ਵਰ ਮੰਗਿਆ, ਡੋਲਣੇ ਪੈਣੇ ਹੈ। ਇਹ ਮੇਰੀ ਝੋਲੀ ਸਾਰੀਆਂ ਕੁਰਬਾਨੀਆਂ ਪਾ ਦਿਓ। ਨਕਸ਼ਾ ਵੀ ਵਿਖਾ ਦਿੱਤਾ। ਲੈ ਬੇਟੀ ਫਿਰ, ਪਿਤਾ ਗੁਰੂ ਤੁਮ ਗੁਰ ਤੁਮ ਕੰਤਾ, ਪੁੱਤਰ ਗੁਰੂ ਫੁਨ ਪੋਤਰ ਮਹੰਤਾ। ਹੁਣ ਤੇਰੇ ਪਿਤਾ ਗੁਰੂ ਹੈ, ਤੇਰਾ ਕੰਤ ਪਤੀ ਗੁਰੂ, ਫਿਰ ਤੇਰਾ ਪੁੱਤਰ ਗੁਰੂ ਅਰਜਨ ਸਾਹਿਬ ਗੁਰੂ, ਫਿਰ ਤੇਰਾ ਪੋਤਰਾ ਗੁਰੂ, ਫਿਰ ਤੇਰੇ ਪੜੋਤੜੇ ਗੁਰੂ। 6 ਸਰੂਪਾਂ ਗੁਰੂਆਂ ਦੇ ਨਾਲ ਮਾਤਾ ਭਾਨੀ ਦਾ ਸੰਬੰਧ ਜੁੜਦਾ ਹੈ। ਤੇ ਦਿਹਾੜੇ ਕਾਹਦੇ ਲਈ ਮਨਾਉਣੇ? ਇਸੇ ਵਾਸਤੇ ਮਨਾਉਣੇ ਹੈ। ਇਤਿਹਾਸ ਤੋਂ ਜਾਣੂ ਹੋਵਾਂਗੇ, ਕਿਤੇ ਕੋਈ ਪ੍ਰਸ਼ਨ ਕਰੇ ਕਿ ਉੱਤਰ ਦੇਵਾਂਗੇ, ਪਤਾ ਲੱਗੂ ਸਾਨੂੰ। ਜੇ ਪੜ੍ਹਨਾ ਹੀ ਨਹੀਂ, ਸੁਣਨਾ ਹੀ ਨਹੀਂ, ਦਿਹਾੜੇ ਮਨਾਉਣੇ ਹੀ ਨਹੀਂ, ਤੇ ਭੁੱਲਦੇ ਭੁੱਲ ਹੀ ਜਾਵਾਂਗੇ। ਇਸ ਪ੍ਰਕਾਰ ਪਿਪੰਦ ਮਾਤਾਵਾਂ ਬ੍ਰਹਮ ਅਵਸਥਾ ਨੂੰ ਮਾਰਕ ਵੀ ਹੋਈਆਂ। ਗਾਗਰੀ ਤੇ ਮੈਤਰੀ ਵਰਗੀਆਂ, ਅਨਸੂਆ ਆਦਿਕ ਵਰਗੀਆਂ, ਜਿਨ੍ਹਾਂ ਦੇ ਸਰਾਫ ਨਾਲ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਵੱਡੀਆਂ ਸ਼ਕਤੀਆਂ ਪਿੱਪਲ ਬੋੜ ਤੇ ਨਿੰਮ ਬਣੇ ਸੀ, ਜਿਹਨੂੰ ਸਾਡੇ ਵੀਰ ਹਿੰਦੂ ਪੂਜਦੇ ਨੇ। ਬੜੀ ਬੜੀ ਸ਼ਕਤੀ ਦੀਆਂ ਮਾਲਕ ਹੋਈਆਂ ਨੇ। ਜਿੰਨਾ ਵੀ ਬੰਦਗੀ ਕੀਤੀ ਹੈ ਪਿਛਲੇ ਸਮੇਂ, ਸਮਾਂ ਭਾਵੇਂ ਨਹੀਂ ਸੀ ਕੋਈ ਦਿੰਦਾ। ਇਸ ਪ੍ਰਕਾਰ ਸਤਿਗੁਰ ਕਿਰਪਾ ਕਰਨ ਬੀਬੀ ਜਿਹੜੀ ਮਾਈ ਸੇਵਾ ਹੈ, ਕਿੱਥੋਂ ਕਾਬਲ ਤੋਂ ਰੋਜ਼ ਗੁਪਤ ਹੋ ਕੇ ਆ ਜਾਂਦੀ ਹੈ, ਸਭ ਸੇਵਾ ਕਰਦੀ ਬੌਲੀ ਸਾਹਿਬ ਦੀ ਚਲੇ ਜਾਂਦੀ ਹੈ। ਜਿਹਦੇ ਨਾਂ 'ਤੇ ਮਾਈ ਸੇਵਾ ਬਾਜ਼ਾਰ ਅੰਮ੍ਰਿਤਸਰ ਸਾਹਿਬ ਹੁਣ ਢਾਹ ਦਿੱਤਾ ਗਿਆ ਹੈ।
ਉਹਦੇ ਨਾਂ 'ਤੇ ਬਣਿਆ ਹੋਇਆ ਸੀ। ਰੋਜ਼ ਚਲੀ ਜਾਂਦੀ ਹੈ ਕਾਬਲ ਤੇ ਰੋਜ਼ ਆ ਜਾਂਦੀ ਹੈ। ਬੱਚਾ ਭਗੂੜੇ 'ਚ ਪਾ ਆਉਂਦੀ ਤੇ ਇੱਥੋਂ ਟੋਕਰਾ ਹਿਲਾ ਕੇ ਉੱਥੋਂ ਬੱਚਾ ਹਿਲਾ ਲੈਂਦੀ ਹੈ, ਹਲਾਰਾ ਦੇ ਲੈਂਦੀ ਹੈ, ਲੋਰੀ ਦੇ ਲੈਂਦੀ ਹੈ। ਇਸ ਤਰ੍ਹਾਂ ਦੀਆਂ ਬੰਦਗੀ ਬਾਣੀਆਂ ਹੋਈਆਂ। ਜਿਹੜੀ ਬੀਬੀ ਰਜਨੀ ਜੀ ਦਾ ਪ੍ਰਸੰਗ ਪਿੰਗਲੇ ਪਤੀ ਬਿਕਰਮਾਦੱਤ ਨਾਲ ਜੁੜਿਆ ਹੈ। ਵਿਸਾਖੀ ਦਾ ਦਿਹਾੜਾ ਸੀ, ਸਿਦਕ ਰੱਖਿਆ ਸੀ, ਟੋਕਰੇ 'ਚ ਪਾ ਕੇ ਚੁੱਕੀ ਫਿਰਦੀ ਹੈ, ਰੇਹੜੀ 'ਤੇ ਰੇਹੜੀ ਫਿਰਦੀ ਹੈ, ਮੰਗ ਮੰਗ ਕੇ ਪ੍ਰਸ਼ਾਦੇ ਛਕਾਉਂਦੀ ਹੈ, ਸ਼ੁਕਰ ਕਰਦੀ ਹੈ ਰੱਬ ਮਹਾਰਾਜ ਸਾਹਿਬ ਜੀ ਦਾ। ਇਹ ਅੰਮ੍ਰਿਤਸਰ ਧਰਤੀ ਪਿੱਛੇ ਵੀ ਅੰਮ੍ਰਿਤਸਰ ਸੀ, ਨਾਂ ਲੋਪ ਹੋ ਗਿਆ। ਇਸ ਦਾ ਨਾਂ ਲੀਲਾਵੰਤੀ ਵੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ। ਫਿਰ ਨਾਮ ਲੋਪ ਹੋ ਗਿਆ। ਫਿਰ ਇਹ ਅੰਮ੍ਰਿਤਸਰ ਪ੍ਰਗਟ ਕੀਤਾ ਉਸ ਬੀਬੀ ਦੇ ਸਤਬੰਤੇ ਪੁਣੇ ਨੇ। ਪਤੀ ਪਰਾਇਣ ਜ਼ਿੰਦਗੀ ਬਤੀਤ ਕੀਤੀ ਹੈ, ਸੇਵਾ ਕੀਤੀ ਹੈ, ਸਤਿਗੁਰੂ ਜੀ ਪ੍ਰਸੰਨ ਹੋਏ। ਸੋ ਇਸ ਪ੍ਰਕਾਰ ਗੁਰਮੁਖੋ ਇਸ ਤਰ੍ਹਾਂ ਦੀਆਂ ਬੀਬੀਆਂ ਮਾਤਾਵਾਂ ਹੋਰ ਵੀ ਭਾਗਾਂ ਵਾਲੀਆਂ ਬੜੀਆਂ ਹੋਈਆਂ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿੰਨੀ ਦੇ ਵਿੱਚ ਬੀਬੀਆਂ ਵੀ ਤੇ ਹਰ ਬੰਦੇ ਵੀ ਤੇ ਮਨੁੱਖ ਵੀ ਤੇ ਹਰ ਜਾਤੀ ਵਾਲਾ ਆ ਜਾਂਦਾ ਹੈ। ਬਾਲਕ ਵੀ ਆ ਗਿਆ, ਬਿਰਧ ਵੀ ਆ ਗਿਆ, ਜਵਾਨ ਵੀ ਆ ਗਿਆ। ਮਸ਼ੱਕਤਾਂ ਤੇ ਮਿਹਨਤਾਂ ਕੀਤੀਆਂ, ਕਾਲ ਕਮਾਈਆਂ ਕੀਤੀਆਂ, ਉਹਨਾਂ ਦੇ ਆਪਣੇ ਮੁੱਖ ਦੇ ਉਜੜੇ ਹੋਏ। ਪਰ ਨੇੜੇ ਲੱਗਣ ਵਾਲੀ ਕਿੰਨੀ ਕੁ ਉਹਨਾਂ ਨੇ ਹੋਰ ਵੀ ਛਡਾ ਲਈ, ਆਉਣ ਵਾਲੇ ਸਮੇਂ 'ਚ ਵੀ ਛਡਾਉਣਗੇ। ਇਸ ਪ੍ਰਕਾਰ ਪਹਿਲੇ ਵਾਰ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੂੰ ਕਿਹਾ ਸੀ, ਕੀਰਤਨ ਦਿੱਤਾ ਸੀ ਸੇਵਾ ਕਰਨ ਤੋਂ, ਸੱਤ ਪੁਸ਼ਤੀਆਂ ਗੁਰਤਾ ਗੱਦੀ ਤੇਰੇ ਘਰ ਫਿਰ ਵਾਰ। ਬੀਬੀ ਭਾਨੀ ਨੇ ਲੈ ਲਿਆ ਹੈ। ਇਸ ਪ੍ਰਕਾਰ ਤੇਰੇ ਘਰ ਵਿੱਚ ਗੁਰਤਾ ਗੱਦੀ ਰਹੇਗੀ। ਐਡੀ ਭਾਗਾਂ ਵਾਲੀ ਉਹ ਪਵਿੱਤਰ ਆਤਮਾ ਬੀਬੀ ਭਾਨੀ ਹੋਈ ਹੈ। ਇਸ ਪ੍ਰਕਾਰ ਗੁਰਮੁਖੋ ਬਵਾਣੀਆਂ ਕਹਾਣੀਆਂ ਹੋਰ ਵੀ ਬਹੁਤ ਨੇ। ਫਿਰ ਵਰ ਲੈ ਲਿਆ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ। 1620 ਬਿਕਰਮੀ 'ਚ ਆਪ ਜੀ ਦਾ ਅਵਤਾਰ ਹੋਇਆ। 38 'ਚ ਗੁਰਤਾ ਗੱਦੀ ਬੈਠੇ ਇਹਨੇ ਸਮੇਂ ਦੇ ਵਿੱਚ ਵਿਚਾਲੇ ਖੇਡਦੇ ਹੋਏ। ਉਦੋਂ ਫਰਸ਼ ਨਹੀਂ ਸੀ ਲੱਗੇ ਹੁੰਦੇ, ਕੱਚੀ ਮਿੱਟੀ ਹੁੰਦੀ ਸੀ, ਖੇਡਦੇ ਤੇ ਰਿੜ੍ਹਦੇ। ਬੀਬੀ ਭਾਨੀ ਘਰਾਂ ਘਰੇਲੂ ਕੰਮਾਂ 'ਚ ਲੱਗੀ ਹੋਈ ਹੈ ਤੇ ਗੋਡਿਆਂ ਪਰਨੇ ਰਿੜ੍ਹਦੇ ਰਿੜ੍ਹਦੇ ਨਾਨੀ ਗੁਰੂ ਦੇ ਪਲੰਘੇ ਕੋਲ ਚਲੇ ਗਏ ਤੇ ਬਾਹੀਂ ਨੂੰ ਹੱਥ ਪਾ ਕੇ ਤੇ ਤਾਂ ਪੈਰ ਚੁੱਕ ਕੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਤੇ ਮੰਜਾ ਹਿੱਲਿਆ। ਸਮਾਧੀ ਖੁੱਲ੍ਹੀ, ਰਸਨਾ ਤੋਂ ਨਿਕਲਿਆ ਪੰਕਤੀ ਇਤਿਹਾਸ ਦੀ। ਕਿਹੜਾ ਪੁਰਖ ਹੈ? ਉਹ ਉਪਜਿਆ ਪੁਰਖ ਅਵਤਾਰੀ, ਜਿਨ ਮੰਜੀ ਹਿਲਾਈ ਸਾਰੀ ਅਵਤਾਰੀ। ਜਾਣੀ ਜਾਣ ਸੀ ਮਹਾਰਾਜ ਸਾਹਿਬ, ਪਤਾ ਸੀ ਇਹਨਾਂ ਦੀ ਵਾਰੀ ਹੈ। ਇਸ ਪ੍ਰਕਾਰ ਬੀਬੀ ਭਾਨੀ ਭੱਜ ਕੇ ਆਈ ਹੈ। ਕਹਿਣ ਲੱਗੀ ਜੀ ਤੁਹਾਡਾ ਦੋਹਤਾ ਹੀ ਹੈ, ਕੋਈ ਹੋਰ ਨਹੀਂ, ਮਾਫ਼ ਕਰਿਓ, ਮੇਰਾ ਧਿਆਨ ਪਾਸੇ ਸੀ, ਤੁਹਾਡੀ ਸਮਾਧੀ 'ਚ ਫਰਕ ਪਾ ਦਿੱਤਾ। ਨਹੀਂ ਬੀਬੀ ਰਹਿਣ ਦੇ ਇਸ ਨੂੰ। ਬਾਹਾਂ ਤੋਂ ਪਕੜਿਆ, ਚੱਕ ਕੇ ਡੌਲਿਆਂ ਤੋਂ ਗੋਦੀ 'ਚ ਬਿਠਾਇਆ। ਬੜਾ ਭਾਰੀ ਗੁਰੂ ਦੋਹੇ ਥਾ, ਬਾਣੀ ਕਾ ਬੋਹਿ ਥਾ। ਇਹ ਵੀ ਵਰ ਮਿਲ ਗਿਆ। ਬੋਹਿਥ ਨਾਮ ਹੈ ਜਹਾਜ਼ ਦਾ। ਬਾਣੀ ਜਹਾਜ਼ ਦੇ ਪ੍ਰਮਾਣ ਮਿਲਦੇ ਨੇ, ਪਰ ਅੱਜ ਕੱਲ੍ਹ ਦੇ ਕਾਸ਼ ਉੱਡਣ ਵਾਲੇ ਨਹੀਂ, ਜਿਹੜੇ ਪਾਣੀ 'ਤੇ ਤਰਿਆ ਕਰਦੇ ਸੀ, ਉਹਨਾਂ ਜਹਾਜ਼ਾਂ ਦਾ ਨਾਮ ਹੈ। ਬੜੇ ਬੜੇ ਵੱਡੇ ਜਹਾਜ਼ ਪਿੰਡਾਂ ਦੇ ਪਿੰਡ ਹੀ ਚੱਕ ਕੇ ਲਿਜਾਂਦੇ ਸਨ। ਇਹ ਬਾਣੀ ਦਾ ਬੋਹਿਤ ਹੋਵੇਗਾ, ਬਾਣੀ ਦਾ ਜਹਾਜ਼ ਹੋਵੇਗਾ, ਬੜਿਆਂ ਨੂੰ ਤਾਰੇਗਾ। ਇਸ ਪ੍ਰਕਾਰ ਇਹ ਵਰਦਾਨਾ ਗੁਰੂ ਅਮਰਦਾਸ ਜੀ ਨੇ ਦਿੱਤਾ ਸੀ। ਭਾਵੇਂ 10 ਸਰੂਪਾਂ ਨੇ ਬਾਣੀ ਉਚਾਰੀ ਹੈ, ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਣੀ ਗੁਰੂ ਅਰਜਨ ਸਾਹਿਬ ਜੀ ਦੀ 2313 ਕਿੰਨੇ ਸ਼ਬਦ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਇੰਨੇ ਹੀ ਨਹੀਂ। ਭਗਤਾਂ ਦੀ ਜਿੰਨੀ ਬਾਣੀ ਹੈ ਆਪਣਾ ਆਪ ਜਣਾਇਆ ਨਹੀਂ, ਪਰ ਅੰਤਰਜਾਮਤਾ ਨਾਲ। ਕੋਈ ਭਗਤ ਬਗਾਲ ਦੇ ਰਹਿਣ ਵਾਲਾ ਜੈਦੇਵ ਵਰਗਾ, ਕੋਈ ਬੰਬੇ ਵੱਲ ਦੇ ਰਹਿਣ ਵਾਲਾ, ਕੋਈ ਕਿਤੇ ਦੇ ਰਹਿਣ ਵਾਲਾ, ਦੂਰੋਂ ਦੂਰੋਂ ਕਿੱਥੋਂ ਲਿਆਂਦੀ ਬਾਣੀ, ਕਿਹੜਾ ਲਿਆ ਕੇ ਦੇ ਗਿਆ। ਕਿਸੇ ਦਾ ਇੱਕ ਸ਼ਾਹ ਭਗਤਾਂ ਦਾ ਇੱਕ ਇੱਕ ਸ਼ਬਦ, ਕਿਸੇ ਦੇ 3, ਕਿਸੇ ਦੇ 2, ਕਿਸੇ ਦੇ 4। ਇਸ ਪ੍ਰਕਾਰ ਵਿਦਾਸ ਦੇ 40, ਨਾਮਦੇਵ ਜੀ ਦੇ 61। ਇਸ ਪ੍ਰਕਾਰ ਇਹ 130 34 ਕਿੰਨੇ ਭਗਤ ਫਰੀਦ ਜੀ ਦੇ, ਭੀਖਣ ਜੀ ਦੇ, ਇਸੇ ਪ੍ਰਕਾਰ ਗਵੀਰ ਜੀ ਦੇ ਸਭ ਤੋਂ ਵੱਧ ਸ਼ਬਦ ਨੇ। ਇਹ ਸਾਰੇ ਅੰਤਰਜਾਮਤਾ ਨਾਲ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਉਚਾਰ ਕੇ ਲਿਖਵਾਏ ਅਤੇ ਭਗਤਾਂ ਦੀ ਬਾਣੀ ਵਿੱਚ ਭਗਤਾਂ ਦੀ ਮਦਦ ਕੀਤੀ। ਫਰੀਦ ਦੇ ਸਲੋਕਾਂ 'ਚ 10 ਸਲੋਕ ਫਰੀਦ ਜੀ ਨੂੰ ਆਪ ਸਰੋਪਾ ਦਿੱਤਾ। ਕਬੀਰ ਦੇ ਸਲੋਕਾਂ 'ਚ ਕਬੀਰ ਜੀ ਨੂੰ ਸਰੋਪਾ ਦਿੱਤਾ। ਸੂਰਦਾਸ ਮਦਨ ਮੋਹਨ ਬ੍ਰਾਹਮਣ ਮਤ ਵਾਲਾ
ਇੱਕ ਹੀ ਤੁਕ ਉਚਾਰੀ ਸੀ ਤੇ ਬਿਰਤੀ ਲੱਗ ਗਈ ਪਰਮੇਸ਼ਰ ਦੇ ਨਾਮ ਨਾਲ। ਸਾਰਾ ਸ਼ਬਦ ਕੋਲੋਂ ਉਚਾਰ ਕੇ ਉਸ ਭਗਤ ਨੂੰ ਭਗਤਾਂ 'ਚ ਦਾਖਲ ਕਰ ਲਿਆ। ਇਸ ਪ੍ਰਕਾਰ ਧੰਨੇ ਭਗਤ ਨੂੰ ਕੋਲੋਂ ਸ਼ਬਦ ਉਚਾਰ ਕੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਮ ਕੋ ਸ਼ਿਕਰੋ ਹੋਇਓ ਲਖੀਣਾ, ਸਾਰਾ ਨਾਮ ਬੜਾ ਸਮਾਂ ਲੱਗੂ। ਭਗਤ ਜੀ ਨੂੰ ਅਰਜ ਦਿੱਤਾ, ਸਲੋਕ ਪਸਰ ਪਾ ਦਿੱਤਾ ਤਾਂ ਕਿੰਨਿਆਂ ਦੀ ਮਦਦ ਕੀਤੀ। ਬਾਣੀ ਦੇ ਬੋਹਤ ਬਣ ਕੇ ਵਿਖਾ ਦਿੱਤਾ, ਬਾਣੀ ਦੇ ਜਹਾਜ਼ ਬਣ ਕੇ ਵਿਖਾ ਦਿੱਤਾ। ਇੰਨੀ ਬਾਣੀ ਹੋਰ ਸਰੂਪਾਂ ਦੀ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਇੱਕ ਓਂਕਾਰ ਤੋਂ ਲੈ ਕੇ ਤੇ 18 10 20 ਇਹ ਰਾਗਮਾਲਾ ਦੀ ਆਖਰੀ ਪੰਕਤੀ ਹੈ। ਸਾਰਾ ਗੁਰੂ ਗ੍ਰੰਥ ਸਾਹਿਬ ਭਗਤਾਂ ਦੀ ਬਾਣੀ ਸਮੇਤ ਮੂੰਹ ਜ਼ਬਾਨੀ ਅੰਤਰਜਾਮਤਾ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਉਚਾਰਿਆ। ਗੁਰੂ ਗ੍ਰੰਥ ਸਾਹਿਬ ਐਡਾ ਹੀ ਵੱਡਾ ਸਰੂਪ ਦਸਮ ਗ੍ਰੰਥ ਹੈ। ਅੰਤਰਜਾਮਤਾ ਨਾਲ ਉਚਾਰਿਆ ਗੁਰੂ ਗੋਬਿੰਦ ਸਿੰਘ ਜੀ ਨੇ ਮਨੀ ਸਿੰਘ ਜੀ ਪਾਸੋਂ ਲਿਖਵਾਇਆ। ਕੌਣ ਜੰਮਿਆ ਰੀਸ ਕਰਨ ਵਾਲਾ ਬੜੇ ਕਰਦੇ ਫਿਰਦੇ ਨੇ। ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਕਾਸ਼ ਵਿੱਚ ਉੱਡਣ ਵਾਲੇ ਕਾਸ਼ਚਾਰੀ ਜਿਹੜੇ ਜਾਨਵਰ ਨੇ ਅੰਨਲ ਆਦਿਕ ਪੰਛੀ ਉੱਡਦੇ ਹੀ ਰਹਿੰਦੇ ਨੇ। ਕਾਸ਼ ਵਿੱਚ ਹੀ ਆਂਡਾ ਦੇ ਦਿੰਦੇ ਨੇ, ਬੱਚਾ ਬਣ ਜਾਂਦਾ ਹੈ ਫਿਰ ਨਾਲ ਉੱਡਣ ਲੱਗ ਜਾਂਦਾ ਹੈ। ਉਹਨਾਂ ਦੀਆਂ ਗੱਲਾਂ ਸੁਣ ਕੇ ਤੇ ਕੀੜਿਆਂ ਨੂੰ ਖੰਭ ਨਿਕਲ ਆਉਂਦੇ ਨੇ। ਕੀੜੇ ਵੀ ਰੀਸ ਕਰਨ ਲੱਗ ਜਾਂਦੇ ਨੇ, ਪਰ ਉਹ ਕਿੰਨੇ ਕੁ ਚਿਰ ਉੱਡਣਗੇ, ਖੰਭ ਝੜ ਜਾਂਦੇ ਆ ਤੇ ਜਾਨਵਰਾਂ ਦਾ ਸ਼ਿਕਾਰ ਹੋ ਜਾਂਦੇ ਆ। ਹੰਸਾਂ ਵੇਗ ਤਰੰਦੇ ਆ, ਬੱਗਾ ਆਇਆ ਚਾਓ, ਡੁੱਬ ਮੂਏ ਬੱਗ ਬੱਪੜੇ, ਸਿਰ ਤਲ ਉੱਪਰ ਪਾਓ। ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਨਾ, ਹੰਸਾਂ ਨੂੰ ਸਮੁੰਦਰਾਂ ਤੇ ਪਾਣੀਆਂ ਤੇ ਤਰਦਿਆਂ ਵੇਖ ਕੇ ਬਗਲਿਆਂ ਨੂੰ ਚਾਅ ਆ ਜਾਂਦਾ ਹੈ। ਥੋੜ੍ਹਿਆਂ ਮਿੰਟਾਂ ਬਾਅਦ ਸਿਰ ਥੱਲੇ ਨੂੰ ਹੋ ਜਾਂਦਾ ਤੇ ਪੈਰ ਬਾਂਹ ਨੂੰ ਹੋ ਜਾਂਦੇ ਆ। ਇਹ ਖੰਡਨ ਕੀਤਾ ਹੈ ਪਖੰਡੀਆਂ, ਧੋਖੇਬਾਜ਼, ਦਗਾਬਾਜ਼ਾਂ ਦਾ। ਭਾਈ ਜਿਹਨੇ ਪੜ੍ਹਨਾ ਹੀ ਨਹੀਂ, ਜਿਹਨੇ ਸੁਣਨਾ ਹੀ ਨਹੀਂ, ਉਹਨੇ ਰੜਿੱਕੇ ਚੜ੍ਹ ਹੀ ਜਾਣਾ ਹੈ। ਉਹਨਾਂ ਨੇ ਇਹਨਾਂ ਦੇ ਜਾਲ ਵਿੱਚ ਫਸ ਹੀ ਜਾਣਾ ਤੇ ਕਰੋੜਾਂ ਲੋਕ ਫਸੇ ਬੈਠੇ ਨੇ, ਜ਼ਿੰਦਗੀ ਖਰਾਬ ਆਪਣੀ ਕਰ ਰਹੇ ਨੇ। ਇਹੋ ਜਿਹੇ ਹਾਲਾਤ ਹੁੰਦੀ ਹੋਏ ਕੌਣ ਬਣ ਸਕਦਾ, ਕਿਹਦੇ ਵਿੱਚ ਹਿੰਮਤ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਗੁਰੂ ਅਰਜਨ ਸਾਹਿਬ ਸਰੂਪਾਂ ਦੀ ਰੀਸ ਕਰਨ ਵਾਲਿਆਂ ਦੀ ਨਹੀਂ ਕੋਈ ਕਰ ਸਕਦਾ। ਇਸ ਪ੍ਰਕਾਰ ਗੁਰਮੁਖੋ ਸਮਾਂ ਗੁਜ਼ਰਦਾ ਗਿਆ, ਬਚਨ ਜਿਹੜੇ ਕੀਤੇ ਸੀ ਉਹ ਪੂਰੇ ਹੋਏ ਤੇ ਗੁਰੂ ਬਣੇ। ਬੇਅੰਤ ਕੌਤਕ ਹੋਰ ਵੀ ਕੀਤੇ, ਇੱਕ ਦੋ ਨਹੀਂ। ਪਰਖ ਕਰਨੀ ਹੈ, ਗੁਰਦਾ ਗੱਦੀ ਦੇਣੀ ਹੈ, ਬਚਨ ਪੂਰੇ ਹੋਣੇ ਹੈ। ਉਸ ਮੌਕਾ ਗੁਰੂ ਰਾਮਦਾਸ ਮਹਾਰਾਜ ਸਾਹਿਬ ਲਾਹੌਰ ਨਿਵਾਸੀ ਸਨ। ਸਖਾ ਕੋਈ ਭਰਾ ਭੈਣ ਆਦਿਕ ਨਹੀਂ, ਮਾਤਾ ਪਿਤਾ ਸਰੀਰ ਛੱਡ ਗਿਆ, ਪਰ ਇੱਕ ਤਾਏ ਦਾ ਪੁੱਤ ਭਰਾ ਉਹਨੂੰ ਸੁਹਾਰੀ ਮਲ ਕਹਿੰਦੇ ਹੈ। ਉਹਦੇ ਪੁੱਤਰ ਦਾ ਵਿਵਾਹ ਸੀ। ਉਹ ਚੱਲ ਕੇ ਅੰਮ੍ਰਿਤਸਰ ਸਾਹਿਬ ਧਰਤੀ 'ਤੇ ਆਇਆ। ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੂੰ ਤਾਏ ਦੇ ਪੁੱਤ, ਚਾਚੇ ਦੇ ਪੁੱਤਰ ਭਰਾ ਨੇ ਬੇਨਤੀ ਕੀਤੀ, ਮੈਂ ਤੇਰੇ ਤਾਏ ਦਾ ਪੁੱਤਰ, ਤੇਰਾ ਭਾਈ ਭਰਾ ਹਾਂ, ਆਪਣੇ ਭਤੀਜੇ ਦੇ ਵਿਆਹ 'ਚ ਚੱਲੋ, ਦਾਖਲ ਹੋਵੋ। ਹਜ਼ੂਰ ਗੁਰੂ ਰਾਮਦਾਸ ਕਹਿੰਦੇ ਜੇ ਅਸੀਂ ਚਲੇ ਗਏ ਤੇ ਬੇਅੰਤ ਸਿੱਖ ਸੰਗਤਾਂ ਆਉਣੀਆਂ, ਤੈਨੂੰ ਸਾਂਭਣੀਆਂ ਮੁਸ਼ਕਲ ਹੋ ਜਾਣਗੀਆਂ। ਨਾਲੇ ਸਾਡੀ ਇੱਥੋਂ ਦੀ ਕਿਰਿਆ ਵਿੱਚ ਫਰਕ ਪਊ ਜਗ੍ਹਾ ਬਦਲਣ ਦੇ ਨਾਲ। ਸਾਨੂੰ ਤੂੰ ਰਹਿਣ ਦੇ, ਅਸੀਂ ਆਪਣਾ ਪੁੱਤਰ ਵਿਆਹੀ ਦਿੰਦੇ ਹਾਂ। ਮੰਨ ਗਿਆ ਜੀ ਸਿਰ ਮੱਥੇ, ਕੋਈ ਸਰੀਰ ਦਾਖਲ ਹੋ ਜਾਵੇ। ਉਸ ਮੌਕਾ ਬੇਨਤੀ ਕੀਤੀ ਪਿਰਥੀ ਚੰਦ ਨੂੰ, ਜਾ ਤੂੰ ਵੱਡਾ ਪੁੱਤਰ ਹੈ, ਬੜਾ ਲਾਇਕ ਹੈ, ਬੜਾ ਚੱਲਦਾ ਪੁਰਜਾ ਹੈ। ਅੱਜ ਕੱਲ੍ਹ ਚੱਲਦੇ ਪੁਰਜੇ ਹੋਏ ਹੈ ਜਿਨ੍ਹਾਂ 'ਚ ਈਰਖਾ ਬਹੁਤੀ ਹੋਵੇ, ਜਿਹੜੇ ਲਾਉਣੀਆਂ ਵਜਾਉਣੀਆਂ ਬਹੁਤੀਆਂ ਜਾਣਦੇ ਹੋਣ, ਉਹਨਾਂ ਨੂੰ ਚੱਲਦਾ ਪੁਰਜਾ ਕਹਿੰਦੇ ਹੈ। ਸੱਚ ਬੋਲਣ ਵਾਲਾ ਤਾਂ ਸਿੱਧਾ ਹੀ ਹੈ, ਵਿਚਾਰਾ ਹੈ ਤੇ ਸਾਧ ਹੈ। ਇਹੋ ਜਿਹਾ ਜ਼ਮਾਨਾ ਆ ਗਿਆ ਹੈ। ਪਿਰਥੀ ਚੰਦ ਨੂੰ ਕਿਹਾ, ਜਾਓ ਆਪਣੇ ਇਸ ਤਾਇਆ ਜੀ ਦੇ ਨਾਲ ਆਪਣੇ ਭਰਾਤਾ ਦੇ ਵਿਵਾਹ ਵਿੱਚ ਤੁਹਾਡਾ ਫਰਜ਼ ਬਣਦਾ, ਤੁਸੀਂ ਵੱਡੇ ਹੋ। ਮੈਨੂੰ ਨਹੀਂ ਪਤਾ ਕੌਣ ਤਾਇਆ ਤੇ ਕੌਣ ਫਲਾਨਾ ਢੀਗੜਾ ਹੈ। ਤੁਸੀਂ ਬਿਰਧ ਹੋਏ ਹੋ, ਪਲੰਘੇ 'ਤੇ ਰਹਿੰਦੇ ਹੋ, ਸੰਗਤਾਂ ਦੀ ਆਓ ਜਾਈ ਹੈ। ਮੈਂ ਹੀ ਸਿਆਣਾ, ਆਇਆਂ ਨੂੰ ਮੈਂ ਹੀ ਸਾਂਝਦਾ, ਚੜਾਵਾ ਮੈਂ ਸਾਂਝਦਾ, ਸਰੋਪੇ ਮੈਂ ਦਿੰਦਾ, ਪ੍ਰਸ਼ਾਦ ਆਦਿਕ ਕਿਰਿਆ ਆਦਿਕ ਸਾਰੀ ਮੈਂ ਹੀ ਕਰਦਾ ਹੈ। ਅਰਜਨ ਤਾਂ ਛੋਟਾ ਹੈ, ਦੂਜਿਆਂ ਨੂੰ ਪਤਾ ਹੀ ਕੋਈ ਨਹੀਂ। ਮਹਾਦੇਵ ਮਸਤ ਹੈ, ਮੇਰੇ ਤੋਂ ਬਿਨਾਂ ਕਿੱਦਾਂ ਕੰਮ ਚੱਲੂ। ਮੈਂ ਮੇਰੀ ਧਾਰੀ, ਉਹਾ ਪੈਰ ਲੋਹਾਰੀ, ਲੋਹੇ ਦੀ ਬੇੜੀ ਤੇ ਭਾਵੇਂ ਸੋਨੇ ਦੀ ਬੇੜੀ ਤਾਂ ਬੇੜੀ ਹੈ, ਬੰਧਨੀ ਹੈ। ਮੈਂ ਦੀ ਬੇੜੀ ਵਿੱਚ ਬੱਝਾ ਹੋਇਆ। ਪਿਤਾ ਨੂੰ ਜਵਾਬ ਦੇਣਾ ਸੀ, ਕੁਛ ਤਾਂ ਬਹਾਨੇ ਬੇਅੰਤ ਬਣਾਏ ਜਾਂਦੇ ਨੇ। ਦੇ ਦਿੱਤਾ ਜਵਾਬ, ਮੈਂ ਨਹੀਂ ਜਾ ਸਕਦਾ। ਮਨ 'ਚ ਕੀ ਖੋਟ ਹੈ,
कि मैं चले गया तो मगरों गुरता गद्दी किसी होर नूं ना मिल जाए, एक जिम्मेवार होर ना कोई बन जाए, ये मेरे हाथ में सब कुछ रहे। ਇਹੋ कुछ दुनिया के हुण भी हो रहा तो पिछे भी हुंदा आया। फिर छोटे महादेव नूं सद्दिया, गुरु अर्जन साहब तो वड्डे, पिरथी तो छोटे। महादेव तूं चले जा। कहता जी मैनू नहीं पता कौन जमदा ते कौन मरदा ते कौन विआहीदा है, मैनू अलमासी रहन दिओ, मैनू साझा रहन दिओ, मैं नहीं किते जाना। पिता नूं जवाब दे दिता, पुत न मन्ने मापिया कम जाती बड़ीए। पुत होवे जां धी होवे, इस प्रकार जवाब दे दिता। पिरथी नूं कहा, काहीं पूत झगरत हो संग बाप, जिनके जने बडीरे तुम हो तिन से झगरत पाप। जिस धन का तुम गर्भ करत हो सो धन किसे न आप, जो तुमरे हर होते स्वामी तिल के जापो। पत्थरां ते नहीं असर हुंदा, भागां वालियां आत्मा ते हो जांदा है। फिर छोटे अर्जन नूं सद्दिया है, महाराज साहब जे गुरु नहीं बने पुत्र फिर तू चले आ जा। सत वचन पिता जी जिथे घलाओ जाण नूं त्यार हाँ, सो तैयारी की है तो जिन्ना चिर सद्दिए ना उन्ना चिर आउणा भी नहीं। सत वचन जी जो हुक्म तुहाडा। अपनी माता भानी नूं जा मत्था टेकिया, गोडी हथ लाया, माता जी पिता जी का हुक्म हो गया लाहौर जाण दा। सो ता भाव सहारी मल दे भरा का पापा पिता जी के ताए के पुत्र के भरा दे विवाह कारज में जाण लई चंगा पुत्र तैनूं जाना चाहिए है। जे सिमर सब किलुख नासे पितरी होए उधारो, सो हर हर तुम सदी जापो जांका अंत न पारो। पूता माता की असीस निम्र दिसरो तुमको हर हर, सदा भजो जगदीश इत आद के सारा शब्द। उस मौका महाराज साहब जो माता जी वालों सीस मिली वो बाणी च दर्ज करवाया। महाराज साहब जी ने गुरु बनने तो पहला जे पुत्र तो भी ना कर देनो फिर गुरता गद्दी किसी होर नूं ही मिल जानी सी। लैक ते भाणा मनण वाले ते कहना मनण वाले नूं इस प्रकार सारियां इस तरह ही प्राप्ति की। तैनूं जरूर जाना चाहिए, पिता की आग्या च रहना चाहिए है। कमजात कमजूनी जात वाले नहीं मनण बनना चाहिए। खसम सारे ते कमजात, नानक नामे बाज सनात। सनात नाम है भूतनिया का, जिहड़े परमेश्वर के नाम तो भुले ने। इस प्रकार कम्यूनी जात वही है। इस प्रकार जिन्हें खसम मालक, तेरा पिता ही मालक है, पिता ही गुरु है, यही खसम है। ना मन दो फिर की बनता। इत आदि पंक्तियां ने चले गए ने, विवाह कारज सारा किया है। उन्होंने घर में रह के महीना कितना समा गुजरिया। फिर उतों की धर्मशाला च रह के सिक्खी का प्रचार किया, बड़ा समा गुजर गया। मन बड़ा उदास है। पिता जी की याद दिने रात रहिंदी है। उस याद में दहशत सतत दिशा आदि घटा चढ़ के आईयां ने। उस मौका शब्द उचारिया सी, छाकड़ा कड़ दामन चमक डरायो, सेज केली नैन नींद नहीं नैनो फिर परदेस उदायो। हुण नहीं संदेश रो मायो, एक कोसरो कर ला फिर बात रो आयो। सारा ना पढ़ा तो सारे दे अर्थ भी ना करिए, समा लगू। इस प्रकार नेत्रा दी जल आया, कोठे चढ़ के रस्ता सुनिया कोई आउंदा नहीं। एक पल दिन समोको बहुत दिहारे, मन ना रहे कसे मिलो प्यारे। चार पहर चुन चुके समाने, रहन भई तब अंत न जाने। इस तरह की हालात है। और दर्शन ताई बिल्प करे चातर की न्याय, तिरखा ना उतरे शांत न आवे। मेरे दर्शन संत प्यारे जीओ, हों भोली जीओ भोल घुमाई। गुर दर्शन संत प्यारे जीओ सिख नूं दे के भेजी है तो जांदियां किरथिया मिल पिया। हुण चिट्ठी लै ली तो अपनी जेब च पा ली, सिख नूं वापस भेज दिता। फिर डिकिया ना आए, फिर चिट्ठी लिखी, तेरा मुख सुहावा जीओ साहित बाणी, तेर होवा देखे सारंग पाणी। धन सो देह जहाँ तू वसिया, मेरे सज्जन मीत मरारे जीओ, हों भोली जो घोल घुमाई। गुर सज्जन मीत मरारे जीओ। फिर चिट्ठी आ गई, फिर किरथिया ने लै ली, फिर जेब च पा ली। समा गुजरिया ना सद्या परख सी, तीजी फिर लिखी है, एक घड़ी न मिलते तो कल जुग होता। हुण कद मिलिए फिर तुझ भगवंता, मुझ रहन न बिहावे नींद न आवे। बिन देखे गुरु दरबारे जीओ, हों भोली जो घोल घुमाई। ते सच्चे गुरु दरबारे जीओ। तो सिख नूं बेनती की भी चिट्ठी साडे पिता तो बिना किसी नूं नहीं फड़ाउणी, उन्हां दे हथ देनी है। जाके दिती है तो तीजा अंक पिया है,
कि सेवादार भलिया तूं अगे भी आया, हाँ जी 2 वारी अगे आया, ये तीजा अंक पिया तीजी ले आया, हाँ तीजी ले आया है। तो पहलियां तुहाडे वड्डे पुत्र पिरथी चंद नूं दित्तियां ने। तो कहंदा सी कहना कि बहुतियां चिट्ठियां ना पावे, रमान नाल इत्थे बैठा रहे। जिस मौका पिरथी चंद नूं सद्दिया कि चिट्ठियां आईयां, मुकर गया, झूठ बोल गया। पिता के सामने अंतरजामी सतगुरू के सामने सेवक नूं भेजा, जा किली नाल टंगिया दा चोड़ा ते जेब च पईयां चिट्ठियां जाके लिआया, तेरियां तेरा ही चोड़ा है, आ चिट्ठियां उही ने। शर्मिंदा तो हो गया पर उल्टा झगड़ी जाता है। ये कागज़ का टुकड़ा मैं फूकना सी, ये किहड़ी हुंदी सी, मैं की करनी सी, तुसीं मेरा नां लाउंदे हो, मैनूं शर्मिंदियां करदे हो। इस प्रकार उस वेले बाबा बुढ़ा जी आदि होर सिखां नूं भेज के महाराज साहब जी ने लाहौर तो मंगवा लिया। आके चरनां 'च हाजिर होए ने, होर सभा जुड़ी है। उस मौका पिरथी चंद नूं भी सद लिया। कहंदे 3 चिट्ठियां रूप 'च ये जिहड़ी बाणी है, तो चौथा इहदा पद पूरा करना है, जिहड़ा कर दवे उहनूं गुरता गद्दी देंगे। पर एक भी अखर नहीं औड़िया। कित्थों औड़ना सी, आत्मा पवित्र नहीं सी, मैल दी भरी सी। हुण अर्जन तूं ही पूरा कर दे। भाग होआ गुर संत मिलाया, प्रभु विनाशी कर में पाया, सेव करी पलचसा न विछड़ा, जन नानक दास तुम्हारे जियो, हाँ कोली जियो कोर कमाई, जन नानक दास तुम्हारे जियो। समय अनुसार ढुकदे मिलवें पद पूरा हो गया। शंकावादी सिर फिरे कहणगे ये चिट्ठियां वाली बाणी ते पहला भानी वाला शब्द ते होर जिहड़ा शब्द दहद छतर मेघ कटाकर दाम ने चमक रवाया वाला शब्द, ये उदों गुरु अर्जन साहब गुरु नहीं सी बने, असीं नहीं इहनूं मनना। कढ़ देणगे गुरु ग्रंथ साहब तो जोर पिया दे। तुहानूं सावधान करन लई दास ने बेनती दुहराई है। इहो जिहियां त्रेड़ां लभणगे, इहो जिहे यतन करनगे। गुरमुखो शब्द हज़ारे बाणी जिहड़ा नितनेम है, ਉਹਦੇ ਵਿੱਚ 7 ਸ਼ਬਦ ਨੇ। ਇਹ ਗੁਰੂ ਅਰਜਨ ਸਾਹਿਬ ਜੀ ਦਾ ਤੇ 6 ਗੁਰੂ ਨਾਨਕ ਪਾਤਸ਼ਾਹ ਸ਼ਬਦ ਹਜ਼ਾਰੇ। ਪੁਰਾਤਨ 5 ਗ੍ਰੰਥੀ ਪੜ੍ਹ ਲਓ, ਪੁਰਾਤਨ ਗੁਟਕੇ ਨਿਤਨੇਮ ਦੇ ਪੜ੍ਹ ਲਓ। ਜਪਜੀ ਸਾਹਿਬ ਤੋਂ ਪ੍ਰੰਤ ਸ਼ਬਦ ਹਜ਼ਾਰੇ ਲਿਖੇ ਨੇ, ਹੁਣ ਵਾਲਿਆਂ 'ਚ ਬਦਲ ਗਏ ਨੇ। ਇਹ ਦੇਣ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੈ। ਇਸ ਵਿਸਥਾਰ 'ਚ ਮੈਂ ਬਹੁਤਾ ਨਾ ਬੋਲਾਂ, ਘੜੀ ਆਗਿਆ ਨਹੀਂ ਦਿੰਦੀ। ਉਸੇ ਵੇਲੇ 5 ਪੈਸੇ ਤੇ ਨਾਰੀਅਲ ਮੰਗਾਇਆ। ਆਪ ਜੀ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਧੁਰੋਂ ਜਿਹੜੇ ਅੰਗੇ ਹੋਏ ਸੀ, ਯੋਗ ਸੀ ਤੇ ਲੈਗ ਸੀ, ਜਿਨ੍ਹਾਂ ਨੂੰ ਵਰ ਮਿਲੇ ਹੋਏ ਸੀ, ਗੁਰਤਾ ਗੱਦੀ ਦੀ ਪ੍ਰਾਪਤੀ ਹੋ ਗਈ। ਤੇ ਪਿਰਥੀ ਚੰਦ ਨੇ ਲੱਕ ਬੰਨ੍ਹ ਲਿਆ। ਪਿਤਾ ਦੀ ਵਿਰੋਧਤਾ ਤੇ ਭਰਾ ਦੀ ਵਿਰੋਧਤਾ ਤੇ ਭਤੀਜੇ ਦੀ ਵਿਰੋਧਤਾ 'ਚ ਕਿੰਨਾ ਕੁਝ ਹੈ, ਬਹੁਤ ਹੀ ਕੁਝ ਲਿਖਿਆ ਹੋਇਆ ਹੈ। ਇਹ ਸਾਰੇ ਸ਼ਬਦ ਪੜ੍ਹੋ, ਨਾਲ ਇਹਨਾਂ ਦੇ ਅਰਥ ਕਰੋ ਤੇ ਆਨੰਦ ਵਿੱਚ ਵਾਧਾ ਹੁੰਦਾ ਹੈ। ਤੇ ਸਮਾਂ ਇਸ ਪ੍ਰਕਾਰ ਸਾਨੂੰ ਲੈਣਾ ਹੀ ਚਾਹੀਦਾ ਹੈ। ਗੁਰਤਾ ਗੱਦੀ ਮਿਲ ਗਈ ਹੈ। ਤੇ ਮਹਾਰਾਜ ਸਾਹਿਬ ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਚਲੇ ਗਏ। ਨਾਲ ਹੀ ਪੁੱਤਰ ਗੁਰੂ ਅਰਜਨ ਸਾਹਿਬ ਨੂੰ ਲੈ ਕੇ ਕਿ ਪਿਰਥੀਆਂ ਨੇ ਵਿਰੋਧਤਾ ਕਰਨੀ ਹੈ। ਤੀਸਰੇ ਦਿਨ ਬਾਅਦ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜੋਤੀ ਜੋਤ ਸਮਾਜ ਸੱਚਖੰਡ ਨੂੰ ਚਲੇ ਗਏ। ਤੇ ਪਿਰਥੀ ਚੰਦ ਨੇ ਰੌਲਾ ਪਾਤਾ, ਮੇਰੇ ਛੋਟੇ ਭਰਾ ਅਰਜਨ ਨੇ ਮੇਰਾ ਪਿਓ ਮਾਰ ਦਿੱਤਾ। ਗੁਰਤਾ ਗੱਦੀ ਵੀ ਮਿਲ ਗਈ ਸੀ, ਉਲਟਾ ਭਾਵ ਰੌਲਾ ਪਾਇਆ, ਇਹ ਮੈਂ ਹੱਕ ਹਾਂ, ਮੇਰਾ ਹੱਕ ਹੈ, ਮੈਂ ਵੱਡਾ ਹਾਂ। ਫਿਰ ਬਰਾਦਰੀ ਵਾਲੀ ਜਿਹੜੀ ਦਸਤਾਰ ਸੀ ਉਹ ਪਿਰਥੀ ਚੰਦ ਨੂੰ ਵੱਜ ਗਈ ਤੇ ਗੁਰਤਾ ਗੱਦੀ ਵਾਲੀ ਤੇ ਧੁਰੋਂ ਹੀ ਵੱਜੀ ਹੋਈ ਸੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਸਾਹਿਬ ਜੀ ਗੁਰੂ ਬਣੇ। ਫਿਰ ਜੋ ਕਿਰਤ ਆਉਣ ਵਾਲੇ ਸਮੇਂ 'ਚ ਕੀਤੀ, ਜਿਵੇਂ ਜਿਵੇਂ ਬਾਣੀ ਉਚਾਰੀ, ਕਿੰਨੀਆਂ ਕੁ ਉਤਾਰਿਆ, ਉਹ ਗਿਣੇ ਨਹੀਂ ਜਾ ਸਕਦੇ। ਸਿਆਣੇ ਕਹਿੰਦੇ ਤਾਰੇ ਤੇ ਗਿਨਾਤ ਹੈ, ਤੇਰੇ ਤਾਰੇ ਨਾ ਗਿਨਾਤ ਹੈ। ਕੋਈ ਕਾਹਦੇ ਤਾਰੇ ਭਾਵੇਂ ਗਿਣ ਲਵੇ, ਗੁਰੂ ਕੇ ਤਾਰੇ ਨਹੀਂ ਗਿਣੇ ਜਾ ਸਕਦੇ। ਜਿਹੜਾ ਸਭ ਤੋਂ ਵੱਡੀ ਦੇਣ ਹੈ ਮਹਾਰਾਜ ਸਾਹਿਬ ਦੀ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਤੇ ਕੱਲ੍ਹ ਨੂੰ ਮਹਾਰਾਜ ਸਾਹਿਬ ਜੀ ਦਾ ਜੋਤੀ ਜੋਤ ਦਿਹਾੜਾ ਹੈ। ਜਿਉਂ ਬੁਲਾਵੇ ਤੇ ਬੋਲੇ ਸੁਆਮੀ ਕੁਦਰਤ ਕੌਣ ਹਮਾਰੀ, ਸਾਰ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਅੱਜ ਦਾ ਦੀਵਾਨ ਇੱਥੇ ਰਹਿਣ ਦੇਈਏ, ਮਹਾਰਾਜ ਸਾਹਿਬ ਨੂੰ ਪਾ ਜਾਵੇ, ਸਾਰਿਆਂ ਦੇ ਹਿਰਦੇ 'ਚ ਵਸੇ। ਤੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਬਣੋ, ਕਲਗੀਧਰ ਦੇ ਪੁੱਤਰ ਬਣੋ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਧਾਰਨ ਕਰੋ। ਕਿਤਰਾ ਅੰਮ੍ਰਿਤ ਛਕ ਕੇ ਮੂਲ ਮੰਤਰ ਗੁਰਮਤਿ ਜੋ ਗੁਰੂ ਸਾਹਿਬਾਂ ਨੇ ਆਪ ਜਪਿਆ ਤੇ ਸਿੱਖ ਜਪਦੇ ਨੇ, ਉਹੀ ਆਪਾਂ ਜਪ ਕੇ ਜ਼ਿੰਦਗੀ ਸਫਲੀ ਬਣਾਉਣੀ ਹੈ। ਸੋ ਸਫਲੀ ਕਰੋ ਰਸਨਾ ਤੇ ਆਖਰੀ ਫੇਰ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ।
भाई साहब जी का गुरु के प्यार में ये कथावां ये गल्लां अपने कहते सुनाउंदे ने बड़ियां औखियां लगदियां सो जिन्हां नूं चेते रखना नाल काले गुरु सतगुरु श्री गुरु अर्जन देव जी पातशाह जिन्हां दा शहीदी तुल्या आप जी ने समय सिर आउण दे वादा कर इन्हां प्रमात्मा संबंधी सवेरे पहले वेले पाठ होणगे उहदे बाद अरदास होएगी अरदास तो बाद सहज पाठ का जो बीबियां ने वीरां ने शुरू किया वो भोग पैणगे उपरंत संत सच्चे पातशाह ग्रहण का कीर्तन होगा कीर्तन तो बाद अरदास तो बाद गुरु प्यारे संत सच्चे पातशाह जी हर जस कथा करते हैं परसों रोज़ संग्राम का दिहाड़ा है संतां ने संग्राम के बाबा होना इन्हां प्रभुआं वास्ते गुप्त माया